ਬਾਦਸ਼ਾਹ ਔਰੰਗਜ਼ੇਬ ਦੇ ਕਹਿਣ 'ਤੇ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚੇ ਤਾਂ ਬਾਦਸ਼ਾਹ ਔਰੰਗਜ਼ੇਬ ਦੇ ਕਹਿਣ 'ਤੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਠਹਿਰਾਇਆ ਗਿਆ ਜਿੱਥੇ ਇੱਕ ਪ੍ਰੇਤ ਰਹਿੰਦਾ ਸੀ, ਤੇ ਜੋ ਵੀ ਉਸ ਹਵੇਲੀ ਵਿੱਚ ਜਾਂਦਾ ਤੇ ਉਹ ਪ੍ਰੇਤ ਉਸ ਨੂੰ ਮਾਰ ਦਿੰਦਾ। ਪਹਿਰੇਦਾਰ ਬਾਦਸ਼ਾਹ ਔਰੰਗਜ਼ੇਬ ਦੀ ਆਗਿਆ ਲੈ ਕੇ ਗੁਰੂ ਜੀ ਨੂੰ ਉਸ ਹਵੇਲੀ ਵੱਲ ਲੈ ਗਏ। ਚਾਰੇ ਦਿਸ਼ਾਵਾਂ ਵਿੱਚ ਪਹਿਰੇਦਾਰ ਬਿਠਾ ਦਿੱਤੇ ਗਏ ਅਤੇ ਜੋ ਗੁਰੂ ਜੀ ਨਾਲ ਸੇਵਕ ਸਨ ਉਹ ਬਾਹਰ ਬਿਠਾ ਦਿੱਤੇ ਗਏ। ਅਤੇ ਉਧਰ ਔਰੰਗਜ਼ੇਬ ਕਹਿਣ ਲੱਗਾ, ਉਹ ਪ੍ਰੇਤ ਹੁਣ ਗੁਰੂ ਜੀ ਨੂੰ ਨਹੀਂ ਛੱਡੇਗਾ, ਗੁਰੂ ਜੀ ਨੂੰ ਮਾਰ ਹੀ ਦੇਵੇਗਾ। ਔਰੰਗਜ਼ੇਬ ਨੂੰ ਉਹਨਾਂ ਦੇ ਵਜ਼ੀਰ ਕਹਿਣ ਲੱਗੇ, ਆਪ ਜੀ ਨੇ ਬਹੁਤ ਹੀ ਅੱਛਾ ਢੰਗ ਅਪਣਾਇਆ ਹੈ। ਜਾਂ ਤਾਂ ਗੁਰੂ ਜੀ ਮਰ ਜਾਣਗੇ ਤੇ ਜਾਂ ਉਹ ਮੁਸਲਮਾਨ ਬਣ ਜਾਣਗੇ। ਉੱਧਰ ਉਸ ਹਵੇਲੀ ਵੱਲ ਚਾਰੇ ਔਰ ਪਹਿਰੇਦਾਰ ਖੜ੍ਹੇ ਹੋਏ ਸੀ, ਪਰ ਅੰਦਰ ਗੁਰੂ ਤੇਗ ਬਹਾਦਰ ਜੀ ਟਿਕੇ ਹੋਏ ਸਨ। ਅਤੇ ਜਦੋਂ ਚਾਨਣ ਖਤਮ ਹੋ ਗਿਆ, ਅੰਦਰ ਹਨੇਰਾ ਛਾ ਗਿਆ। ਉਹ ਭਿਆਨਕ ਦੇਹ ਵਾਲਾ ਪ੍ਰੇਤ ਅੰਦਰ ਆ ਗਿਆ। ਜਦ ਉਸ ਪ੍ਰੇਤ ਨੇ ਗੁਰੂ ਜੀ ਨੂੰ ਹਵੇਲੀ ਅੰਦਰ ਦੇਖਿਆ ਤਾਂ ਗੁਰੂ ਜੀ ਦਾ ਤੇਜ ਪ੍ਰਤਾਪ ਦੇਖ ਕੇ ਉਹ ਪ੍ਰੇਤ ਨਿਹਾਲ ਹੋ ਗਿਆ। ਉਸ ਪ੍ਰੇਤ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਨਿਮਾਣਾ ਹੋ ਕੇ ਆਖਣ ਲੱਗਾ, ਗੁਰੂ ਜੀ, ਆਪ ਜੀ ਦਾ ਇੱਥੇ ਵਾਸ ਹੋਇਆ ਹੈ ਅਤੇ ਮੈਨੂੰ ਦਰਸ਼ਨ ਦਿੱਤੇ। ਮੈਂ ਧੰਨ ਹੋ ਗਿਆ ਹਾਂ। ਆਪ ਮੈਨੂੰ ਆਪਣਾ ਸੇਵਕ ਜਾਣੋ ਅਤੇ ਮੈਨੂੰ ਕੋਈ ਆਦੇਸ਼ ਦਿਓ। ਪ੍ਰੇਤ ਕਹਿਣ ਲੱਗਾ, ਮੈਂ ਤੁਹਾਡੇ ਲਈ ਭੋਜਨ ਲੈ ਕੇ ਆਵਾਂ, ਪਤਾ ਨਹੀਂ ਤੁਸੀਂ ਮੇਰੇ ਹੱਥੋਂ ਭੋਜਨ ਛਕੋਗੇ ਵੀ ਕਿ ਨਹੀਂ। ਤੁਸੀਂ ਜੋ ਕਹਿ ਦੇਵੋਗੇ ਮੈਂ ਉਹ ਹਰ ਸੇਵਾ ਕਰਾਂਗਾ। ਇੱਥੇ ਜੋ ਵੀ ਦੁਸ਼ਟ ਤੁਹਾਡੇ ਦੋਖੀ ਹਨ ਮੈਂ ਉਹਨਾਂ ਨੂੰ ਮਾਰ ਦਿੰਦਾ ਹਾਂ। ਉਹਨਾਂ ਨੂੰ ਪਕੜ ਕੇ ਨਗਰ ਤੋਂ ਦੂਰ ਭਗਾ ਮਾਰਾਂਗਾ। ਕੋਈ ਜਾਣ ਹੀ ਨਹੀਂ ਸਕੇਗਾ, ਉਸ ਥਾਂ ਪਹੁੰਚਾ ਦੇਵਾਂਗਾ। ਉਹਨਾਂ ਦੇ ਬੱਚੇ ਖਤਮ ਕਰਕੇ ਉਹਨਾਂ ਦੇ ਘਰ ਦੀਆਂ ਜੜ੍ਹਾਂ ਵੀ ਉਖਾੜ ਦੇਵਾਂਗਾ। ਆਪ ਜੀ ਦੀ ਆਗਿਆ ਅਨੁਸਾਰ ਹੀ ਮੈਂ ਕਾਰਵਾਈ ਕਰ ਸਕਾਂਗਾ। ਪ੍ਰੇਤ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਫਰਮਾਇਆ, ਅਸੀਂ ਕਿਸੇ ਨੂੰ ਵੀ ਦੁਸ਼ਮਣ ਨਹੀਂ ਜਾਣਿਆ, ਕਿਸੇ ਨੂੰ ਵੀ ਮਾਰਨਾ ਉਚਿਤ ਨਹੀਂ। ਇਹ ਸਾਰੇ ਜੀਵ ਆਪਣੇ ਭਾਗਾਂ ਕਰਕੇ ਹਨ। ਇਹ ਸਭ ਕਰਨ ਕਰਾਉਣ ਵਾਲਾ ਇੱਕ ਪਰਮੇਸ਼ਰ ਹੀ ਹੈ। ਉਸ ਦੇ ਅੱਗੇ ਇਹ ਵਿਚਾਰਾ ਜੀਵ ਕੀ ਚੀਜ਼ ਹੈ ਅਤੇ ਪਰਮੇਸ਼ਰ ਹੀ ਇਹਨਾਂ ਜੀਵਾਂ ਨੂੰ ਮਾਰਦਾ ਹੈ ਅਤੇ ਉਹਨਾਂ ਦੀਆਂ ਰੱਖਿਆ ਕਰਦਾ ਹੈ। ਇਸ ਲਈ ਸ਼ਾਂਤ ਹੋ ਕੇ ਰਹੀਏ। ਇਹ ਸੁਣ ਕੇ ਪ੍ਰੇਤ ਸੋਚਣ ਲੱਗਾ, ਮੇਰੇ ਕੋਲ ਗੁਰੂ ਜੀ ਦਾ ਵਾਸਾ ਹੋਇਆ ਹੈ, ਮੈਂ ਇਹਨਾਂ ਦੀ ਸੇਵਾ ਕਰਾਂ ਤਾਂ ਹੀ ਮੇਰਾ ਜੀਵਨ ਸਫਲ ਹੋਵੇਗਾ। ਅਤੇ ਉਹ ਪ੍ਰੇਤ ਅੰਤਰ ਧਿਆਨ ਹੋ ਗਿਆ। ਉੱਥੇ ਬਹੁਤ ਵੱਡਾ ਬਾਜ਼ਾਰ ਸੀ, ਉੱਥੇ ਚਲਾ ਗਿਆ ਅਤੇ ਸੋਚਣ ਲੱਗਾ, ਮੈਂ ਕੁਝ ਐਸਾ ਲਵਾਂ ਜੋ ਗੁਰੂ ਜੀ ਮੇਰੇ ਹੱਥੋਂ ਛਕ ਲੈਣ ਅਤੇ ਜਿਸ ਵਿੱਚ ਕੋਈ ਨੁਕਸ ਨਾ ਕੱਢਣ। ਉਸ ਪ੍ਰੇਤ ਨੇ ਸਾਰੇ ਬਾਜ਼ਾਰ ਵਿੱਚ ਖੋਜ ਕੀਤੀ ਅਤੇ ਇੱਕ ਦੁਕਾਨ ਦੇ ਕੋਲ ਆ ਕੇ ਖੜ ਗਿਆ। ਉਸਨੇ ਉੱਥੇ ਸੇਬ, ਨਾਸਪਤੀ ਅਤੇ ਭਾਂਤ-ਭਾਂਤ ਦੇ ਫਲ ਵੇਖੇ ਅਤੇ ਪ੍ਰੇਤ ਨੇ ਕੁਝ ਫਲ ਅਤੇ ਗੰਨੇ ਹੱਥ ਵਿੱਚ ਚੱਕ ਲਏ ਅਤੇ ਬਹੁਤ ਜਲਦੀ ਨਾਲ ਗੁਰੂ ਜੀ ਕੋਲ ਆ ਗਿਆ ਅਤੇ ਗੁਰੂ ਜੀ ਅੱਗੇ ਰੱਖ ਦਿੱਤੇ ਅਤੇ ਪ੍ਰਾਰਥਨਾ ਕੀਤੀ, ਗੁਰੂ ਜੀ ਤੁਸੀਂ ਇਹ ਫਲ ਛਕ ਲਵੋ। ਕਿਹਾ, ਤੁਸੀਂ ਮੇਰੇ ਮਹਿਮਾਨ ਹੋ, ਪ੍ਰਾਹੁਣਾਚਾਰੀ ਕਰਨਾ ਮੇਰਾ ਫਰਜ਼ ਹੈ। ਗੁਰੂ ਜੀ ਨੇ ਪ੍ਰੇਤ ਦੀਆਂ ਗੱਲਾਂ ਸੁਣ ਕੇ ਅਤੇ ਮਿਹਰ ਦੀ ਨਿਗਾਹ ਨਾਲ ਪ੍ਰੇਤ ਵੱਲ ਦੇਖਿਆ। ਉਸ ਨੂੰ ਨਿਮਾਣਾ ਜਾਣ ਕੇ ਉਸ ਦੀ ਸੇਵਾ ਮੰਨ ਲਈ ਅਤੇ ਫਲ ਮੇਵਾ ਖਾਣ ਲਈ ਹੱਥ ਵਿੱਚ ਪਕੜ ਲਏ। ਗੁਰੂ ਜੀ ਗੰਨੇ ਚੂਪਣ ਲੱਗੇ ਅਤੇ ਕੁਝ ਛਿਲਕੇ ਗੁਰੂ ਜੀ ਅੱਗੇ ਸਿੱਟ ਰਹੇ ਸਨ ਅਤੇ ਕੁਝ ਛਿਲਕੇ ਹਵੇਲੀ ਦੇ ਬਾਹਰ ਸਿੱਟ ਰਹੇ ਸਨ। ਅਤੇ ਗੁਰੂ ਜੀ ਨੇ ਉਸ ਪ੍ਰੇਤ ਨੂੰ ਪੁੱਛਿਆ, ਤੂੰ ਸਵੇਰੇ ਕਿਹੜਾ ਬੁਰਾ ਕਰਮ ਕਮਾਇਆ ਸੀ ਅਤੇ ਜਿਸ ਕਰਕੇ ਤੈਨੂੰ ਇਹ ਪ੍ਰੇਤ ਜੂਨੀ ਵਾਲਾ ਸਰੀਰ ਮਿਲਿਆ ਹੈ। ਪ੍ਰੇਤ ਨੇ ਸੁਣ ਕੇ ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਇਹ ਸਰੀਰ ਇਸ ਭੈੜੇ ਕਰਮ ਕਰਕੇ ਪ੍ਰਾਪਤ ਕੀਤਾ ਹੈ ਕਿ ਸਾਡੇ ਸ਼ਰੀਕਾਂ ਵਿੱਚ ਵੱਡਾ ਝਗੜਾ ਪੈ ਗਿਆ ਸੀ ਤੇ ਸਾਰੇ ਵੀਰ ਰਹੇ ਸਨ ਕਿ ਜੱਦੀ ਜਾਇਦਾਦ ਮੇਰੀ ਹੈ। ਮੈਂ ਉਸ ਵੇਲੇ ਮਨ ਵਿੱਚ ਝੂਠੀ ਮਰਿਆਦਾ ਧਾਰ ਕੇ ਮੈਂ ਉਸ ਵੇਲੇ ਸਾਰਿਆਂ ਦੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ ਅਤੇ ਸਾਰਾ ਮੁਕੱਦਮਾ ਜਿੱਤ ਲਿਆ। ਮਨ ਵਿੱਚ ਵਿਚਾਰ ਰਿਹਾ ਸੀ, ਇਸ ਦਾ ਕੋਈ ਪਾਪ ਨਹੀਂ।
ਇਹ ਕੁਛ ਕਰਕੇ ਮੈਨੂੰ ਐਸੀ ਜੂਨ ਮਿਲੀ ਜਿਸ ਵਿੱਚ ਬਹੁਤ ਦੁੱਖ ਮਿਲਿਆ ਹੈ। ਗੁਰੂ ਜੀ, ਆਪ ਜੀ ਮੇਰੇ ਤੇ ਦਇਆ ਕਰੋ, ਮੈਨੂੰ ਇਸ ਜੂਨੀ ਤੋਂ ਛੁਡਾ ਦਿਓ। ਗੁਰੂ ਜੀ ਨੇ ਇਹ ਸੁਣ ਕੇ ਮੁੱਖੋਂ ਬਚਨ ਫਰਮਾਏ, ਕਿਹਾ, ਇਹ ਥੱਲੇ ਪਈਆਂ ਛਿਲੜਾਂ ਨੂੰ ਪ੍ਰੇਮ ਨਾਲ ਚੂਪ ਲਵੋ ਅਤੇ ਜੋ ਤੂੰ ਸਾਡੀ ਸੇਵਾ ਕੀਤੀ ਹੈ ਉਸ ਦਾ ਫਲ ਲਵੋ। ਇਸ ਭਿਆਨਕ ਜੂਨ ਤੋਂ ਛੁਟਕਾਰਾ ਵੀ ਕਰ ਲਵੋ। ਉਸ ਪ੍ਰੇਤ ਨੇ ਸੁਣ ਕੇ ਛਿੱਲੜ ਚੂਪ ਲਵੇ ਕਈ ਤਰ੍ਹਾਂ ਦੇ ਸਵਾਦੀ ਰਸ ਪ੍ਰਾਪਤ ਕੀਤੇ। ਤੁਰੰਤ ਸਾਰੇ ਦੁੱਖਾਂ ਨੂੰ ਛੱਡ ਕੇ ਉਸ ਪ੍ਰੇਤ ਨੇ ਉੱਤਮ ਅਵਸਥਾ ਵਾਲਾ ਆਨੰਦ ਪ੍ਰਾਪਤ ਕੀਤਾ ਅਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਅਤੇ ਗੁਰੂ ਜੀ ਸੁੱਖ ਪਾ ਕੇ ਦੋਨੋਂ ਨੇਤਰ ਬੰਦ ਕਰਕੇ ਸੋ ਗਏ। ਜਿਸ ਵੇਲੇ ਗੁਰੂ ਜੀ ਨੇ ਗੰਨੇ ਚੂਪ ਕੇ ਕੁਝ ਛਿਲਕੇ ਹਵੇਲੀ ਤੋਂ ਬਾਹਰ ਸੁੱਟੇ ਸਨ, ਹਵੇਲੀ ਦੇ ਕੋਲ ਕੁਝ ਸਿੱਖ ਬੈਠੇ ਸਨ। ਉੱਥੇ ਉਹਨਾਂ ਕੋਲ ਜਾ ਕੇ ਉਹ ਛਿਲਕੇ ਡਿੱਗੇ। ਇੱਕ ਸਿੱਖ ਨੇ ਚੂਪੇ ਹੋਏ ਗੰਨੇ ਦਾ ਛਿਲਕਾ ਲੈ ਕੇ ਮੂੰਹ ਵਿੱਚ ਪਾ ਲਿਆ। ਗੰਨਾ ਚੂਪਣ ਲੱਗਾ ਤਾਂ ਉਸ ਨੂੰ ਬਹੁਤ ਆਨੰਦਦਾਇਕ ਸਵਾਦ ਆਇਆ। ਗੁਰੂ ਜੀ ਵੱਲੋਂ ਜੂਠੇ ਛਿਲਕੇ ਸਿੱਟੇ ਹੋਇਆਂ ਦਾ ਉਸਨੇ ਆਨੰਦ ਲਿਆ ਤਾਂ ਉਹ ਤੁਰੰਤ ਹੀ ਬਹੁਤ ਸ਼ਕਤੀਸ਼ਾਲੀ ਹੋ ਗਿਆ। ਉਹ ਸਿੱਖ ਮਨ ਵਿੱਚ ਸ਼ਕਤੀ ਦਾ ਹੰਕਾਰ ਕਰਕੇ ਫੁੱਲ ਗਿਆ। ਉਹ ਸਮਝਣ ਲੱਗਾ ਕਿ ਮੇਰੇ ਬਰਾਬਰ ਕੋਈ ਨਹੀਂ ਹੈ। ਇਸ ਤਰ੍ਹਾਂ ਸ਼ਾਮ ਹੋ ਗਈ ਤੇ ਸੂਰਜ ਉਭਰਿਆ ਤੇ ਹਨੇਰਾ ਖਤਮ ਹੋ ਗਿਆ। ਸ਼ਾਂਤ ਰੂਪ ਵਿੱਚ ਜਿਸ ਸਥਾਨ ਉੱਤੇ ਬੈਠੇ ਸਨ, ਉਸ ਸਮੇਂ ਉੱਥੇ ਔਰੰਗਜ਼ੇਬ ਦੇ ਸਿਪਾਹੀ ਆਏ। ਉਹਨਾਂ ਨੇ ਦੇਖਿਆ ਪ੍ਰੇਤ ਨੇ ਗੁਰੂ ਜੀ ਦਾ ਕੁਝ ਵੀ ਨਹੀਂ ਵਿਗਾੜਿਆ ਅਤੇ ਉਹ ਡਰੇ ਹੀ ਨਹੀਂ, ਬੜੇ ਹੀ ਆਰਾਮ ਨਾਲ ਬੈਠੇ ਹਨ। ਜਦੋਂ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਤਾਂ ਜਿਹੜੇ ਸਿੱਖ ਸਾਥੀ ਸਨ ਉਹ ਉਸ ਵੇਲੇ ਆ ਕੇ ਮਿਲੇ ਤਾਂ ਉਹਨਾਂ ਨੇ ਗੁਰੂ ਜੀ ਦੇ ਸਿਰ ਕਮਲਾਂ ਉੱਤੇ ਸਿਰ ਰੱਖ ਕੇ ਨਮਸਕਾਰ ਕੀਤੀ। ਉਸ ਵੇਲੇ ਜਿਸ ਨੇ ਗੰਨੇ ਦੇ ਛਿਲਕੇ ਚੂਪੇ ਸੀ ਉਹ ਸਿੱਖ ਵੀ ਹੱਥ ਜੋੜ ਕੇ ਬੋਲਿਆ, ਗੁਰੂ ਜੀ, ਤੁਸੀਂ ਕਿਉਂ ਦੁੱਖ ਸਹਿਣ ਕਰ ਰਹੇ ਹੋ? ਤੁਸੀਂ ਮੈਨੂੰ ਅੱਖ ਦੇ ਇਸ਼ਾਰੇ ਨਾਲ ਕਹਿ ਦੇਵੋ, ਮੈਂ ਬਹੁਤ ਸ਼ਕਤੀਮਾਨ ਹਾਂ, ਮੈਂ ਜੋ ਚਾਹਾਂ ਉਹੀ ਕਰ ਸਕਦਾ ਹਾਂ। ਤੁਸੀਂ ਇਹ ਪ੍ਰਤੱਖ ਰੂਪ ਵਿੱਚ ਦੇਖ ਲੈਣਾ। ਮੈਂ ਸੈਂਕੜੇ ਹਜ਼ਾਰਾਂ ਲੱਖਾਂ ਨੂੰ ਕੀ ਗਿਣਦਾ ਹਾਂ। ਮੈਂ ਇਹ ਸਾਰੇ ਬਾਦਸ਼ਾਹਾਂ ਨੂੰ ਮਾਰ ਦੇਵਾਂਗਾ। ਮੈਂ ਅਜਿਹਾ ਕੰਮ ਕਰਕੇ ਵਿਖਾਵਾਂਗਾ, ਇਹਨਾਂ ਦੇ ਪਿੱਛੇ ਸੁਲਤਾਨ ਵੀ ਬਚੀ ਨਹੀਂ ਰਹੇਗੀ। ਦਿੱਲੀ ਅਤੇ ਲਾਹੌਰ ਨਗਰ, ਜਿਨ੍ਹਾਂ ਵਿੱਚ ਤੁਰਕਾਂ ਦਾ ਬਹੁਤ ਜ਼ੋਰ ਹੈ, ਜਿੱਥੇ ਤੁਰਕਾਂ ਦੇ ਵੱਡੇ ਘਰ ਹਨ, ਜਿੱਥੇ ਧੀਆਂ ਪੁੱਤਰਾਂ ਸਮੇਤ ਕਈ ਘਰ ਵਸਦੇ ਹਨ, ਇਹ ਦੋਨੇ ਨਗਰਾਂ ਦੀ ਧਰਤੀ ਮੈਂ ਆਪਣੇ ਦੋਨਾਂ ਹੱਥਾਂ ਉੱਤੇ ਚੁੱਕ ਲਵਾਂਗਾ। ਮੈਂ ਬਹੁਤ ਤੇਜ਼ੀ ਨਾਲ ਇਹਨਾਂ ਦੋਹਾਂ ਦੇ ਘਰ ਆਪਸ ਵਿੱਚ ਟਕਰਾ ਕੇ ਤੋੜ ਦੇਵਾਂਗਾ। ਫਿਰ ਇਹਨਾਂ ਨੂੰ ਪੁੱਠੇ ਕਰਕੇ ਹੇਠਾਂ ਸੁੱਟ ਦੇਵਾਂਗਾ। ਫਿਰ ਇਹ ਦੁਸ਼ਮਣ ਉੱਪਰ ਨਹੀਂ ਉੱਠ ਸਕਣਗੇ। ਇਸ ਤਰ੍ਹਾਂ ਦੀ ਮੇਰੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ। ਇਸ ਸਮੇਂ ਆਪ ਜੀ ਬਚਨ ਕਰੋ। ਇਹ ਦੋਖੀ ਤੁਰਕ ਆਪ ਜੀ ਦਾ ਅਪਮਾਨ ਕਰ ਰਹੇ ਹਨ। ਤੁਹਾਡੇ ਚਾਰੇ ਪਾਸੇ ਚੌਕੀਦਾਰ ਖੜੇ ਹੋਏ ਹਨ ਅਤੇ ਤੁਹਾਨੂੰ ਕੈਦ ਕਰਕੇ ਬਹੁਤ ਦੁੱਖ ਦੇਣਾ ਚਾਹੁੰਦੇ ਹਨ। ਇਸ ਲਈ ਇਹਨਾਂ ਤੋਂ ਅਪਮਾਨ ਕਿਉਂ ਸਹਿਣ ਕਰੀਏ? ਮੈਂ ਐਸੀ ਹੋਣੀ ਕਰਾਂਗਾ ਕਿ ਉਹ ਆਪ ਜੀ ਦੇ ਪੈਰੀਂ ਆ ਕੇ ਬਹਿਣਗੇ। ਸਿੱਖ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਮੁਸਕਰਾਉਣ ਲੱਗੇ ਅਤੇ ਉਸ ਦੀ ਬਾਂਹ ਫੜ ਕੇ ਹੱਥ ਨਾਲ ਦਬਾ ਦਿੱਤੀ। ਗੁਰੂ ਜੀ ਨੇ ਉਸ ਸਿੱਖ ਵਿੱਚ ਜਿੰਨੀ ਵੀ ਸ਼ਕਤੀ ਪੈਦਾ ਹੋਈ ਸੀ ਉਹ ਖਿੱਚ ਲਈ। ਉਸ ਦੀ ਦੇਹੀ ਫਿਰ ਉਸੇ ਤਰ੍ਹਾਂ ਹੀ ਖਾਲੀ ਹੋ ਗਈ। ਉਸਨੇ ਆਪਣੇ ਮਨ ਵਿੱਚ ਜਾਣਿਆ, ਉਹ ਤਾਂ ਫਿਰ ਤੋਂ ਕੋਕ ਹੋ ਗਿਆ ਹੈ। ਉਸ ਦੇ ਹਿਰਦੇ ਵਿੱਚ ਪਹਿਲਾਂ ਵਾਲੀ ਸ਼ਕਤੀ ਨਹੀਂ ਰਹੀ। ਉਹ ਪਛਤਾਵਾ ਕਰਦਾ ਹੋਇਆ ਦੁੱਖ ਮਹਿਸੂਸ ਕਰ ਰਿਹਾ ਸੀ ਕਿ ਇਹ ਕੀ ਹੋ ਗਿਆ ਹੈ। ਦਿਲੋਂ ਮੁਰਝਾ ਰਿਹਾ ਸੀ। ਤਦ ਗੁਰੂ ਜੀ ਨੇ ਫਰਮਾਇਆ, ਜਿਸ ਤਰ੍ਹਾਂ ਤੁਹਾਡੇ ਤੋਂ ਹੋਵੇ ਉਸ ਤਰ੍ਹਾਂ ਹੀ ਕਰੋ। ਦੋਵੇਂ ਜੋ ਵੱਡੇ ਨਗਰ ਹਨ ਉਸ ਨੂੰ ਆਪਸ ਵਿੱਚ ਟਕਰਾ ਦੇਵੋ। ਇਹ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਮੂੰਹ ਵੱਲ ਵੇਖ ਕੇ ਨਿਮਰ ਹੋ ਗਿਆ ਅਤੇ ਹੱਥ ਜੋੜ ਕੇ ਬੋਲਿਆ, ਤੁਸੀਂ ਸਾਰੇ ਸੰਸਾਰ ਦੇ ਪਾਲਣ ਵਾਲੇ, ਨਾਸ਼ ਕਰਨ ਵਾਲੇ ਹੋ। ਤੁਸੀਂ ਸਾਰਿਆਂ ਦੇ ਕਰਤਾ ਪੁਰਖ ਹੋ, ਜੋ ਚਾਹੇ ਉਹ ਕਰਦੇ ਹੋ। ਮੈਂ ਤੁਹਾਡੇ ਤੇਜ ਤਾਪ ਦੀ ਮਹਿਮਾ ਨਹੀਂ ਜਾਣੀ, ਸਗੋਂ ਆਪਣੇ ਆਪ ਨੂੰ ਜਤਾਉਣ ਲੱਗ ਪਿਆ ਕਿ ਮੈਂ ਹੁਣੇ ਗੁਰੂ ਜੀ ਦੀ ਸਹਾਇਤਾ ਕਰਾਂਗਾ। ਜੋ ਦੋਖੀ ਤੁਰਕ ਹਨ ਸਾਰਿਆਂ ਨੂੰ ਮਾਰ ਮੁਕਾਵਾਂਗਾ। ਗੁਰੂ ਜੀ, ਜਦੋਂ ਮੇਰੇ ਸਰੀਰ ਅੰਦਰ ਵੱਡੀ ਸ਼ਕਤੀ ਪੈਦਾ ਹੋ ਗਈ ਸੀ, ਸੱਚੀ ਕਹੀ ਸੀ, ਪਰੰਤੂ ਜਦੋਂ ਆਪ ਜੀ ਨੇ ਮੇਰੀ ਬਾਂਹ ਫੜ ਲਈ ਤਾਂ ਮੈਂ ਇੱਕਦਮ ਕੰਗਾਲ ਹੋ ਗਿਆ। ਮੇਰੇ ਵਿੱਚ ਕੁਝ ਵੀ ਸ਼ਕਤੀ ਨਾ ਰਹੀ। ਮੇਰੇ ਅੰਦਰ ਜਿਹੜਾ ਸਾਰਾ ਜ਼ੋਰ ਸੀ ਖਤਮ ਕਰ ਦਿੱਤਾ। ਹੁਣ ਆਪ ਜੀ ਜਿਸ ਤਰ੍ਹਾਂ ਚਾਹੁੰਦੇ ਹੋ ਉਸ ਤਰ੍ਹਾਂ ਵਿਵਹਾਰ ਕਰੋ। ਇਹ ਸੁਣ ਕੇ ਗੁਰੂ ਜੀ ਉਸ ਸਿੱਖ ਨੂੰ ਮੁਖ ਤੋਂ ਉਚਾਰ ਕੇ ਸਮਝਾਉਣ ਲੱਗੇ, ਤੂੰ ਸ਼ਰਧਾ ਤਾਣ ਕੇ ਸਾਡੇ ਨਾਲ ਆਇਆ ਸੀ
ਅਤੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਨਿਭਾਇਆ। ਫਿਰ ਤੁਰਕਾਂ ਨੂੰ ਦੇਖ ਕੇ ਮਨ ਵਿੱਚ ਵੱਡੀਆਂ ਵਿਚਾਰਾਂ ਕਰਨ ਲੱਗਾ। ਫਿਰ ਆਪ ਨੇ ਸਾਡੇ ਉੱਤੇ ਸ਼ੱਕ ਕੀਤਾ ਕਿ ਗੁਰੂ ਜੀ ਸਮਰੱਥਾਵਾਨ ਹਨ ਕਿ ਨਹੀਂ, ਤੇ ਇਸ ਲਈ ਅਸੀਂ ਤੇਰੇ ਵੱਲ ਗੰਨੇ ਦੇ ਛਿਲਕੇ ਸੁੱਟੇ ਸਨ। ਆਪ ਜੀ ਨੇ ਗੰਨੇ ਦਾ ਸਵਾਦ ਦੇਖਣ ਲਈ ਮਨ ਵਿੱਚ ਇੱਛਾ ਧਾਰਨ ਕੀਤੀ ਅਤੇ ਸਾਡੇ ਜੂਠੇ ਛਿਲਕੇ ਮੂੰਹ ਵਿੱਚ ਪਾ ਲਏ। ਤਦ ਤੇਰੇ ਵਿੱਚ ਸ਼ਕਤੀ ਆ ਗਈ ਸੀ। ਜਿਨ੍ਹਾਂ ਦੀ ਸੇਵਾ ਕਰਕੇ ਤੇਰੇ ਵਿੱਚ ਸ਼ਕਤੀ ਪੈਦਾ ਹੋਈ, ਕਿ ਉਹ ਖੁਦ ਇਸ ਤਰ੍ਹਾਂ ਨਹੀਂ ਕਰ ਸਕਦੇ? ਤੁਸੀਂ ਇਸ ਤਰ੍ਹਾਂ ਦੀ ਵਿਵੇਕ ਸ਼ਕਤੀ ਨੂੰ ਸਮਝਿਆ ਹੀ ਨਹੀਂ। ਇਹ ਸੁਣ ਕੇ ਉਸ ਸਿੱਖ ਨੇ ਨਮਸਕਾਰ ਕੀਤੀ। ਹੇ ਪ੍ਰਭੂ, ਇਹ ਤੁਹਾਡੀ ਲੀਲਾ ਤੁਸੀਂ ਹੀ ਜਾਣਦੇ ਹੋ। ਤੁਰਕ ਤੁਹਾਡੀ ਬੇਅਦਬੀ ਕਰਦੇ ਹਨ ਤਾਂ ਉਹ ਸਾਡੇ ਤੋਂ ਸਹਾਰੀ ਨਹੀਂ ਜਾਂਦੀ, ਤਾਂ ਤੁਹਾਡੇ ਕੋਲ ਆ ਕੇ ਕਿਹਾ ਸੀ, ਹੇ ਪ੍ਰਭੂ ਜੀ, ਮਾਫ਼ ਕਰ ਦਿਓ, ਸਾਡੀ ਮਤ ਅਣਜਾਣ ਹੈ। ਫਿਰ ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਬੋਲਾਂਗਾ। ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਕਾਰਜ ਕਰੋ। ਸੰਗਤ ਜੀ, ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।